ਨਵੰਬਰ 1 ਨੂੰ ਜਿਹੜਾ ਸਿੱਖ ਜੈਨੋਸਾਈਡ ਜਾਂ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਮਿੱਥ ਕੇ ਗਿਣੀ ਮਿੱਥੀ ਸਾਜ਼ਿਸ਼ ਅਧੀਨ, ਉਹ ਵੀ ਅੱਜ ਤੋਂ ਹੀ ਸ਼ੁਰੂ ਹੋਇਆ। ਸਰਕਾਰਾਂ ਦੀ ਮਾਨਸਿਕਤਾ ਸਮਝ ਆਊ, ਇਸ ਕਰਕੇ ਇਹ ਗੱਲ ਕਰਨੀ ਜ਼ਰੂਰੀ ਆ। ਉਹ ਤਾਂ ਸਾਨੂੰ ਇਹ ਪ੍ਰਤੱਖ ਆ ਗੱਲ, ਅੱਜ ਇਹ ਪ੍ਰਤੱਖ ਆ ਗੱਲ ਵੀ ਉਹ ਹਮਲਾ ਕਿਉਂ ਹੋਇਆ। ਜੂਨ 84 ਦਾ ਬਦਲਾ 31 ਅਕਤੂਬਰ ਨੂੰ ਲਿਆ ਜਾ ਕੇ। ਸੋ ਅਗਲੀ ਗੱਲ, ਇਹ ਮਾਨਸਿਕਤਾ, ਇਹ ਦਿੱਲੀ ਦੀ ਮਾਨਸਿਕਤਾ ਜਿਹੜੀ ਹੁਣ ਵੀ ਸਾਨੂੰ ਸਮਝਣੀ ਚਾਹੀਦੀ। ਅੱਜ ਦੀ ਡੇਟ 'ਚ ਕਿਸੇ ਲੀਡਰ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਰਹਿ ਗਈ। ਗੱਲਾਂ ਦੋ ਚਾਰ ਹੀ ਕਰਨੀਆਂ ਆਪਾਂ, ਤੇ ਗੱਲਾਂ ਜ਼ਰੂਰੀ ਵੀ ਆ ਕਿਉਂਕਿ ਅੱਜ ਨਵੰਬਰ 1 ਆ, ਪੰਜਾਬ ਡੇ ਆ। ਅੱਜ ਦੇ ਦਿਨ ਜਿਹੜੀ ਪ੍ਰੈਜ਼ੈਂਟ ਫਾਰਮ ਆ ਪੰਜਾਬ ਦੀ, ਮੌਜੂਦਾ ਫਾਰਮ, ਉਹ ਹੋਂਦ 'ਚ ਆਈ ਸੀ 1966 1 ਨਵੰਬਰ ਨੂੰ। ਸੋ ਇਹ ਵੀ ਇੱਕ ਕਈ ਬੰਦੇ ਇਸ ਗੱਲ ਦੇ ਹੱਕ 'ਚ ਆ, ਕਈ ਹੱਕ 'ਚ ਹੈ ਨਹੀਂ। ਸੋ ਉਹ ਵੱਖਰੀ ਗੱਲ ਆ, ਪਰ ਸਾਡੀ ਕੌਮੀਅਤ ਖਾਤਰ ਜਾਂ ਪੰਜਾਬੀਅਤ ਖਾਤਰ ਸਾਨੂੰ ਇਹ ਦਿਨ ਸੈਲੀਬ੍ਰੇਟ ਵੀ ਕਰਨਾ ਚਾਹੀਦਾ, ਜਾਂ ਇੱਕ ਦੂਜੇ ਨੂੰ ਵਧਾਈ ਦੇਣੀ ਚਾਹੀਦੀ ਆ ਵੀ ਅੱਜ ਪੰਜਾਬ ਡੇ ਆ। ਅਗਲੀ ਗੱਲ ਇੱਕ ਹੋਰ ਬੜੀ ਮਹੱਤਵਪੂਰਨ ਆ। ਜਦੋਂ 31 ਅਕਤੂਬਰ ਨੂੰ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੋਈ, ਤਾਂ ਅਗਲੇ ਦਿਨ ਨਵੰਬਰ 1 ਨੂੰ ਜਿਹੜਾ ਸਿੱਖ ਜੈਨੋਸਾਈਡ ਜਾਂ ਜਿਹੜਾ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਮਿੱਥ ਕੇ ਗਿਣੀ ਮਿੱਥੀ ਸਾਜ਼ਿਸ਼ ਅਧੀਨ, ਉਹ ਵੀ ਅੱਜ ਤੋਂ ਹੀ ਸ਼ੁਰੂ ਹੋਇਆ ਸੀ। ਸੋ ਇਹ ਅੱਜ ਦੇ ਦਿਨ ਦੇ ਦੋ ਬੜੇ ਇੰਪੋਰਟੈਂਟ ਮਹੱਤਵਪੂਰਨ ਚਿੰਨ੍ਹ ਆ ਜਿਹੜੇ ਸਾਡੇ ਕੋਲੇ ਸਾਡੇ ਸਾਹਮਣੇ ਆ। ਸੁਣੋ, ਇਤਿਹਾਸ ਦੇ ਚਿੰਨ੍ਹਾਂ ਤੋਂ ਬੜਾ ਕੁਝ ਸਿੱਖਣ ਨੂੰ ਮਿਲਦਾ। ਸੋ ਆਪਾਂ ਗੱਲਬਾਤ ਜਿਹੜੀ ਕਰ ਰਹੇ ਹਾਂ ਉਹ ਉਸ ਸੰਦਰਭ 'ਚ ਹੀ ਕਰ ਰਹੇ ਹਾਂ। ਦੇਖੋ, ਪਹਿਲੀ ਗੱਲ ਤਾਂ ਜਦੋਂ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਦੀ ਗੱਲ ਕਰੀਏ, ਸਰਕਾਰਾਂ ਦੀ ਮਾਨਸਿਕਤਾ ਸਮਝ ਆਊ, ਇਸ ਕਰਕੇ ਇਹ ਗੱਲ ਕਰਨੀ ਜ਼ਰੂਰੀ ਆ। ਸਾਡੇ ਤੇ ਉਸ ਸਰਕਾਰ ਨੇ ਜਾਂ ਉਸ ਦੇਸ਼ ਨੇ ਜਿਹਨੇ ਸਾਡੀ ਜਾਨ ਮਾਲ ਦੀ ਰੱਖਿਆ ਕਰਨੀ ਆ, ਸਾਡੀ ਕੌਮੀਅਤ ਦੀ ਰੱਖਿਆ ਕਰਨੀ ਆ, ਤੇ ਸਾਡੇ ਸੱਭਿਆਚਾਰ ਦੀ ਰੱਖਿਆ ਕਰਨੀ ਆ, ਇਹ ਸਾਨੂੰ ਵਾਅਦੇ ਕੀਤੇ ਗਏ ਸੀ। ਅਸੀਂ ਆਪਦੇ ਕੋਲੋਂ ਨਹੀਂ ਬਣਾਉਂਦੇ, ਇਹ ਵਾਅਦੇ ਕੀਤੇ ਗਏ ਸੀ। ਉਹ ਤੋਂ ਮੁੱਕਰ ਕੇ, ਸੋ ਰੱਖਿਆ ਤਾਂ ਕੀ ਕਰਨੀ ਆ, ਉਹ ਤੋਂ ਮੁੱਕਰ ਕੇ ਸਾਡੇ ਸਭ ਤੋਂ ਪਿਆਰੀ, ਨਿਆਰੀ ਤੇ ਜਿਹੜੀ ਪਵਿੱਤਰ ਚੀਜ਼ ਆ ਜਾਂ ਪਵਿੱਤਰ ਸੋਮਾ ਸਾਡਾ, ਹਨਾ, ਆਤਮਿਕ ਅਸੀਂ ਉੱਥੋਂ ਗਿਆਨ ਲੈਂਦੇ ਆ, ਉਹਦੇ ਤੇ ਹਮਲਾ ਕੀਤਾ। ਉਹ ਤਾਂ ਸਾਨੂੰ ਇਹ ਪ੍ਰਤੱਖ ਆ ਗੱਲ, ਅੱਜ ਇਹ ਪ੍ਰਤੱਖ ਆ ਗੱਲ ਵੀ ਉਹ ਹਮਲਾ ਕਿਉਂ ਹੋਇਆ ਸੀ। ਸੋ ਜਦੋਂ ਉਹ ਹਮਲਾ ਹੋ ਗਿਆ ਤੇ ਜਿਹੜੀ ਇੱਕ ਨਾਗਰਿਕ ਜਾਂ ਇੱਕ ਕਮਿਊਨਿਟੀ ਤੇ ਇੱਕ ਯੂਨੀਅਨ ਦੇ ਵਿੱਚ ਸੰਧੀ ਹੁੰਦੀ ਆ, ਉਹ ਸੰਧੀ ਟੁੱਟ ਗਈ। ਉੱਤੇ ਸਰਕਾਰ ਨੇ ਤੋੜੀ। ਸਾਡੀ ਸੁਰੱਖਿਆ ਉਹਨਾਂ ਨੇ ਕਰਨੀ ਹੁੰਦੀ ਆ, ਸਾਡੇ ਸੱਭਿਆਚਾਰ ਦੀ ਸੁਰੱਖਿਆ ਉਹਨਾਂ ਨੇ ਕਰਨੀ ਹੁੰਦੀ ਆ, ਉਹ ਉਹਨਾਂ ਨੇ ਤੋੜ ਕੇ ਸਾਡੇ ਆਤਮਿਕ ਸੋਮੇ ਤੇ ਜਦੋਂ ਹਮਲਾ ਕੀਤਾ ਤਾਂ ਉਹ ਸੰਧੀ ਟੁੱਟ ਗਈ। ਕਿਉਂਕਿ ਅਸੀਂ ਵਫਾਦਾਰ ਹੋਣਾ ਹੁੰਦਾ ਦੇਸ਼ ਲਈ, ਤੇ ਉਹ ਵਫਾਦਾਰੀ ਉਸ ਤੋਂ ਬਾਅਦ ਕਿਹੜੀ ਵਫਾਦਾਰੀ, ਜਦੋਂ ਸਰਕਾਰ ਇਸ ਗੱਲ ਦੀ ਪਾਬੰਦ ਨਹੀਂ ਰਹੀ ਵੀ ਸਾਡੀ ਵਿਲੱਖਣਤਾ, ਸਾਡਾ ਸੱਭਿਆਚਾਰ, ਸਾਡੇ ਫਲਸਫੇ, ਸਾਡੇ ਆਤਮਿਕ ਸੋਮੇ ਤੇ ਤੁਸੀਂ ਆ ਕੇ ਹਮਲੇ ਕਰੋਗੇ, ਉਸ ਤੋਂ ਬਾਅਦ ਫਿਰ ਸਾਡੀ ਵਫਾਦਾਰੀ ਦਾ ਕੁਐਸਚਨ ਹੀ ਨਹੀਂ ਰਹਿ ਜਾਂਦਾ। ਇਹ ਤਾਂ ਤੁਸੀਂ ਆਪ ਸੰਧੀ ਤੋੜਤੀ। ਸੋ ਇਸ ਕਰਕੇ ਉਹ ਅਸੈਸੀਨੇਸ਼ਨ ਹੋਈ। ਇਸ ਕਰਕੇ ਸਾਡੇ ਯੋਧਿਆਂ ਨੇ ਜਿਹੜਾ ਜੂਨ 84 ਦਾ ਬਦਲਾ 31 ਅਕਤੂਬਰ ਨੂੰ ਲਿਆ ਜਾ ਕੇ। ਸੋ ਕਿਉਂਕਿ ਅਸੀਂ ਵਫਾਦਾਰ, ਉਸ ਤੋਂ ਬਾਅਦ ਵਫਾਦਾਰੀ ਦਿਖਾਉਂਦੇ ਰਹਿੰਦੇ, ਫਿਰ ਤਾਂ ਗੈਰਤਾਂ ਤੇ ਹੀ ਸਵਾਲ ਉੱਠਣੇ ਸੀ। ਸੋ ਅਗਲੀ ਗੱਲ, ਇਹ ਮਾਨਸਿਕਤਾ, ਇਹ ਦਿੱਲੀ ਦੀ ਮਾਨਸਿਕਤਾ ਜਿਹੜੀ ਹੁਣ ਵੀ ਸਾਨੂੰ ਸਮਝਣੀ ਚਾਹੀਦੀ ਹੈ। ਅੱਜ ਜਿੱਥੇ ਅਸੀਂ ਖੜੇ ਹਾਂ, ਇਹ ਗੱਲ ਸਮਝ ਲਈਏ ਵੀ ਇਤਿਹਾਸਿਕ ਇੱਕ ਖਲਾਅ ਪੈਦਾ ਹੋ ਗਿਆ ਪੰਜਾਬ 'ਚ। ਪੰਜਾਬ ਦੇ ਇਤਿਹਾਸ ਨੂੰ ਦੇਖ ਲਓ, ਪੰਜਾਬ ਦੇ ਵਰਤਮਾਨ ਨੂੰ ਦੇਖ ਲਓ, ਤੁਹਾਨੂੰ ਆਪੇ ਗੱਲ ਇਹ ਸਮਝ ਆ ਜਾਊਗੀ। ਇੱਕ ਬਹੁਤ ਵੱਡਾ ਖਲਾਅ ਪੈਦਾ ਹੋ ਗਿਆ ਜਿੱਥੇ ਸਾਰੀਆਂ ਧਿਰਾਂ, ਸਾਡੇ ਲੀਡਰ ਕੀ, ਸਾਡੇ ਪੋਲੀਟੀਕਲ ਲੀਡਰ ਤੋਂ ਸਾਡੇ ਜਿਹੜੇ ਰਿਲੀਜੀਅਸ ਜਾਂ ਪੰਥਕ ਲੀਡਰ ਜਿਹੜੇ ਆਪਦੇ ਆਪ ਨੂੰ ਕਹਿੰਦੇ ਆ, ਉਹ ਸਾਰੇ ਡਿਸਕ੍ਰੈਡਿਟ ਹੋ ਚੁੱਕੇ ਆ। ਅੱਜ ਦੀ ਡੇਟ 'ਚ ਕਿਸੇ ਲੀਡਰ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਰਹਿ ਗਈ। ਜਦੋਂ ਕਿਸੇ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਰਹਿ ਗਈ ਤਾਂ ਤੁਸੀਂ ਇਹ ਦੇਖੋ, ਅਕਾਲੀ ਦਲ ਹੋਵੇ, ਕਾਂਗਰਸ ਹੋਵੇ, ਆਪ ਹੋਵੇ ਜਾਂ ਪੰਥਕ ਲੀਡਰ ਹੋਣ, ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ, ਪਰ ਜਿਹੜੇ ਅਹੁਦਿਆਂ ਤੇ ਬੈਠੇ ਆ ਕਾਫੀ, ਉਹਨਾਂ ਦੀ ਕ੍ਰੈਡੀਬਿਲਿਟੀ ਨਹੀਂ ਰਹੇਗੀ। ਕਿਸੇ ਨਾ ਕਿਸੇ ਕਾਰਨ ਵਾਸੋਂ ਕ੍ਰੈਡੀਬਿਲਿਟੀ ਸੰਗਤ 'ਚ, ਲੋਕਾਂ 'ਚ ਲੂਜ਼ ਹੋਈ ਪਈ ਹੈ। ਜੇ ਉਹ ਲੂਜ਼ ਹੋ ਗਈ,
ਹੁਣ ਜਿਹੜੇ ਬੰਦੇ ਅੱਜ ਪੰਜਾਬ ਦੇ ਹੱਕਾਂ ਦੀ ਗੱਲ ਕਰਨਗੇ, ਪੰਜਾਬ ਦੇ ਲਈ ਲੜ ਮਰਨ ਦੀ ਗੱਲ ਕਰਨਗੇ, ਸੈਂਟਰ ਨਾਲ ਦਿੱਲੀ ਨਾਲ ਮੱਥਾ ਲਾਉਣ ਦੀ ਗੱਲ ਕਰਨਗੇ, ਇਹਨਾਂ ਦੀ ਨੀਤੀ ਦੇਖੋ। ਇਹਨਾਂ ਨੇ ਇਹ ਗੱਲ ਮਿਥ ਲਈ ਆ ਵੀ ਜਿਨ੍ਹਾਂ ਨੂੰ ਅਸੀਂ ਖਰੀਦ ਨਹੀਂ ਸਕਦੇ ਉਹਨਾਂ ਨੂੰ ਬਦਨਾਮ ਕਰ ਦਿਓ, ਉਹਨਾਂ ਨੂੰ ਵੀ ਡਿਸਕ੍ਰੈਡਿਟ ਕਰ ਦਿਓ ਵੀ ਅਸੀਂ ਤਾਂ ਡਿਸਕ੍ਰੈਡਿਟ ਹੋਏ ਬੈਠੇ ਹਾਂ, ਇਹਨਾਂ ਨੂੰ ਵੀ ਨਾਲ ਡਿਸਕ੍ਰੈਡਿਟ, ਇਹਨਾਂ ਨੂੰ ਬਦਨਾਮ ਕਰੋ। ਤੁਸੀਂ ਇਹ ਦੇਖੋ, ਇਹਦੀ ਇੱਕ ਪ੍ਰਤੱਖ ਉਦਾਹਰਨ ਮੇਰੇ ਸਾਹਮਣੇ ਆਈ ਵੀ ਖਾਲਿਸਤਾਨ ਦਾ ਨਾਰਾ ਕਿਸੇ ਹੋਰ ਨੇ ਲਾਇਆ, ਉਹਨੂੰ ਫੜਿਆ ਕਿਸੇ ਹੋਰ ਨੇ, ਅੱਛਾ ਉਹਦੇ ਤੇ ਆਪਾਂ ਐਕਸ਼ਨ ਵੀ ਲੈ ਲਿਆ, ਪਰ ਬਦਨਾਮੀ ਕਿੱਡੀ ਵੱਡੀ ਮੇਰੇ ਨਾਲ ਜੋੜੀ ਜਾਂਦੇ ਆ। ਮਤਲਬ ਇਹ ਆਪਦੇ ਡਰ ਚੋਂ ਹੀ ਬਦਨਾਮੀ ਜੋੜੀ ਜਾਂਦੇ ਆ ਵੀ ਅਸੀਂ ਤਾਂ ਹੋਏ ਬੈਠੇ ਆ, ਦੂਜਾ ਕੋਈ ਗੱਲ ਨਾ ਕਰ ਸਕੇ, ਉਹ ਗੱਲ ਨਾ ਕਰ ਸਕੇ ਜਿਹੜੀ ਗੱਲ ਅਸੀਂ ਨਹੀਂ ਕਦੇ ਕਰ ਸਕੇ। ਕਿਉਂ? ਇਹਨਾਂ ਨੇ ਕਦੇ ਪੰਜਾਬ ਦੀ ਸਿਆਸਤ ਨਹੀਂ ਕੀਤੀ, ਕਦੇ ਪੰਜਾਬ ਦੇ ਹੱਕਾਂ ਖਾਤਰ ਨਹੀਂ ਇਹ ਖੜੇ ਹੋਏ, ਕਦੇ ਆਵਾਜ਼ ਨਹੀਂ ਬੁਲੰਦ ਕੀਤੀ ਦਿੱਲੀ ਦੇ ਤਖਤ ਦੇ ਅਗੇਂਸਟ। ਹਾਲਾਂਕਿ ਉਹਨਾਂ ਨਾਲ ਬੈਠ ਕੇ ਉੱਥੇ ਕੌਮ ਨੂੰ ਵੇਚਦੇ ਰਹੇ ਤੇ ਉੱਥੋਂ ਕੁਰਸੀਆਂ ਚੱਕ ਲਿਆਉਂਦੇ ਰਹੇ, ਅਹੁਦੇ ਲਿਆਉਂਦੇ ਰਹੇ। ਸੋ ਇਹ ਤਾਂ ਇਹਨਾਂ ਦੀ ਸਿਆਸਤ ਆ ਤੇ ਇਹਨਾਂ ਨੇ ਸਾਡੀ ਜਿਹੜੀਆਂ ਸੰਸਥਾਵਾਂ ਦਾ ਵੀ ਘਾਣ ਕਰਤਾ, ਸਾਡੀ ਧਾਰਮਿਕ ਜਥੇਬੰਦੀਆਂ ਦਾ ਵੀ ਘਾਣ ਕਰਤਾ। ਅੱਜ ਤੁਸੀਂ ਇਹ ਦੇਖ ਲਓ ਵੀ ਸਾਡੇ ਕੋਲੇ ਕੋਈ ਸਮਾਜਿਕ ਜਥੇਬੰਦੀ, ਕੋਈ ਰਾਜਨੀਤਿਕ ਜਥੇਬੰਦੀ, ਕੋਈ ਧਾਰਮਿਕ ਜਥੇਬੰਦੀ ਇਹੋ ਜਿਹੀ ਜਿਹਦੇ ਤੇ ਅਸੀਂ ਰਿਲਾਏ ਕਰ ਸਕੀਏ, ਉਹਦੀ ਲੀਡਰਸ਼ਿਪ ਤੇ ਰਿਲਾਏ ਕਰ ਸਕੀਏ, ਹੈ ਹੀ ਨਹੀਂ। ਅਸੀਂ ਇੱਥੇ ਆ ਕੇ ਖੜੇ ਹੋ ਗਏ। ਪਰ ਫਿਰ ਵੀ ਅਸੀਂ ਅੱਜ ਦੇ ਦਿਨ ਜਦੋਂ ਆਪਾਂ ਇਤਿਹਾਸਕ ਚਿੰਨ੍ਹਾਂ ਦੀ ਗੱਲ ਕਰਦੇ ਹਾਂ, ਚਾਹੇ ਉਹ ਦਰਬਾਰ ਸਾਹਿਬ ਤੇ ਹੋਇਆ ਅਟੈਕ ਹੋਵੇ, ਚਾਹੇ ਨਵੰਬਰ 84 ਦੇ ਸਿੱਖ ਜੈਨੋਸਾਈਡ ਦੇ ਜਿਹੜੇ ਇਹਨਾਂ ਨੇ ਕਤਲੇਆਮ ਕੀਤਾ ਸੀ ਉਹ ਹੋਵੇ, ਜਾਂ ਅਸੀਂ ਸੰਘਰਸ਼ ਲੜ ਰਹੇ ਹੋਈਏ, ਜਦੋਂ ਇਤਿਹਾਸਕ ਚਿੰਨ੍ਹਾਂ ਦੀ ਗੱਲ ਕਰਦੇ ਹਾਂ ਉਹਨਾਂ ਚਿੰਨ੍ਹਾਂ ਤੋਂ ਸਾਨੂੰ ਪ੍ਰੇਰਨਾ ਤੇ ਸੇਧ ਮਿਲਦੀ ਆ ਵੀ ਅਗਲਾ ਆਉਣ ਵਾਲਾ ਸੰਘਰਸ਼, ਅਗਲੀਆਂ ਆਉਣ ਵਾਲੀਆਂ ਲੜਾਈਆਂ ਲੜਨੀਆਂ ਕਿਵੇਂ ਆ। ਹੁਣ ਖਾਲਿਸਤਾਨ ਦਾ ਨਾਅਰਾ ਲੱਗਿਆ, ਮੈਂ ਤਾਂ ਉਹਦੇ ਅਗੇਂਸਟ ਨਹੀਂ ਆ, ਮੈਂ ਤਾਂ ਕਹਿੰਦਾ ਖਾਲਿਸਤਾਨ ਨਹੀਂ, ਮੈਂ ਤਾਂ ਇੱਕ ਸਟੈਪ ਉੱਤੇ ਜਾਣਾ, ਪਾਤਸ਼ਾਹੀ ਦਾਵਾ ਦੀ ਗੱਲ ਕਰੋ। ਜਿਹੜਾ ਸਾਨੂੰ 10ਵੇਂ ਪਾਤਸ਼ਾਹ ਨੇ ਪਾਤਸ਼ਾਹੀ ਦਾਅਵੇ ਦੀ ਗੱਲ ਕੀਤੀ ਸੀ ਉਹਦੀ ਗੱਲ ਕਰੋ। ਆਪਾਂ ਉਹ ਤੋਂ ਬਿਨਾਂ ਮਸਲੇ ਨਹੀਂ ਹੱਲ ਹੋਣੇ। ਪਰ ਇੱਕ ਗੱਲ ਦੇਖਣੀ ਪਊਗੀ, ਅੱਜ ਖੜੇ ਕਿੱਥੇ ਆ, ਅੱਜ ਸੰਘਰਸ਼ ਕਿਹੜੀ ਥਾਂ ਤੇ ਆ ਕੇ ਖੜਾ ਤੇ ਲੜਾਈ ਕਿਹੜੀ ਲੜ ਰਹੇ ਆ। ਜਦੋਂ ਤੱਕ ਸਾਨੂੰ ਇਹ ਲੜਾਈ ਕਿਹੜੀ ਲੜ ਰਹੇ ਆ ਇਹਦੀ ਸਮਝ ਨਹੀਂ ਆ, ਉਦੋਂ ਤੱਕ ਫਿਰ ਨਾਅਰੇ ਲਾ ਕੇ ਤਾਂ ਕੋਈ ਹੱਲ ਨਹੀਂ ਨਿਕਲਣਾ। ਉਦੋਂ ਤੱਕ ਜੇ ਤੁਸੀਂ ਇਹ ਕਹੋ ਵੀ ਉੱਥੇ ਤਾਂ ਬਣ ਹੀ ਚੱਲਿਆ ਸੀ ਜੀ, ਆਜ਼ਾਦੀ ਮਿਲ ਚੱਲੀ ਸੀ, ਸਾਨੂੰ ਖਾਲਿਸਤਾਨ ਬਣ ਚੱਲਿਆ ਸੀ, ਤਾਂ ਤੁਸੀਂ ਰੋਕਤਾ। ਤੁਸੀਂ ਸੋਚੋ ਕਿਵੇਂ ਬਦਨਾਮੀ ਸਾਡੇ ਗਲਾਂ 'ਚ ਪਾਉਂਦੇ ਆ ਵੀ ਇਹਨਾਂ ਨੂੰ ਫੜੋ ਸਹੀ, ਇਹਨਾਂ ਨੂੰ ਕਿਹੜੇ ਪਾਸੋਂ ਅਸੀਂ ਫੜੀਏ ਤੇ ਇਹਨਾਂ ਨੂੰ ਬਦਨਾਮ ਕਰੀਏ। ਪਰ ਇੱਕ ਗੱਲ ਖਾਤਰ ਮੈਂ ਤੁਹਾਡੇ ਨਾਲ ਅੱਜ ਵੀ ਵਾਅਦਾ ਕਰਦਾ, ਪੰਜਾਬ ਖਾਤਰ, ਪੰਜਾਬ ਦੀ ਲੋਕਾਂ ਖਾਤਰ, ਸਾਡੀ ਧਰਤੀ ਖਾਤਰ ਮੈਂ ਵਫਾਦਾਰੀ ਨਿਭਾਊਂਗਾ ਤੇ ਮੈਂ ਖੜਾ। ਹੁਣ ਜਿਹਨੇ ਬਦਨਾਮ ਕਰਨਾ ਉਹ ਬਦਨਾਮ ਕਰ ਲੈ, ਦੂਜਿਆਂ ਨੂੰ ਵੀ ਮੈਂ ਨਾ ਕਿਸੇ ਦੀ ਲੱਤਾਂ ਖਿੱਚਣ 'ਚ ਵਿਸ਼ਵਾਸ ਰੱਖਦਾ, ਨਾ ਤੋਹਮਤਾਂ ਲਾਉਣ 'ਚ ਵਿਸ਼ਵਾਸ ਰੱਖਦਾ। ਸਾਡੀ ਲੜਾਈ ਦਿੱਲੀ ਨਾਲ ਆ, ਸਾਡੀ ਲੜਾਈ ਦਿੱਲੀ ਦੇ ਤਖਤ ਨਾਲ ਆ, ਕਿਉਂਕਿ ਅਸੀਂ ਉਸੇ ਪਾਵਰ ਨੂੰ ਜਿਹੜੀ ਸੈਂਟਰਲਾਈਜ਼ ਕਰੀ ਬੈਠੇ ਆ ਤੇ ਪਰਸਨਲਾਈਜ਼ ਕਰੀ ਬੈਠੇ ਆ, ਉਹਨੂੰ ਡੀਸੈਂਟਰਲਾਈਜ਼ ਕਰਨ ਦੀ ਲੜਾਈ ਲੜ ਰਹੇ ਆ। ਉਹਨੂੰ ਚਾਹੇ ਤੁਸੀਂ ਖੁਦ ਮੁਖਤਿਆਰੀ ਕਹਿ ਲਓ ਜਾਂ ਕੋਈ ਹੋਰ ਨਾਂ ਦੇ ਦਿਓ। ਉਹ ਪਾਵਰ ਜਿਹੜੇ ਪੰਜਾਬ ਦੇ ਹੱਕ ਜਾਂ ਸਾਡੇ ਫੈਸਲੇ ਲੈਣ ਦੇ ਜਿਹੜੇ ਹੱਕ ਉਹ ਲਈ ਬੈਠੇ ਆ ਨਾ, ਉਹਨੂੰ ਅਸੀਂ ਉੱਥੋਂ ਲੈ ਕੇ ਆਉਣਾ। ਹੁਣ ਇਹ ਲੜਾਈ ਲੜ ਰਹੇ ਆ, ਇਹਦੇ 'ਚ ਜਿਹੜਾ ਮਰਜ਼ੀ ਨੈਰੇਟਿਵ ਸਿਰਜਿਆ ਜਾਵੇ ਉਹ ਨੈਰੇਟਿਵ ਦੀ ਸਾਡੀ ਲੜਾਈ ਆ। ਸੋ ਸਾਡੀ, ਜਦੋਂ ਮੈਂ ਕਹਿੰਦਾ ਇਹਦੇ 'ਚ ਤੁਸੀਂ ਤੇ ਮੈਂ, ਇਹ ਮਿਲ ਕੇ ਸਾਡੀ ਲੜਾਈ ਬਣਦੀ ਆ। ਜਿਹੜੇ ਜਾਗਦੀ ਜ਼ਮੀਰ ਵਾਲੇ ਆ ਬੈਠੇ ਆ ਬਾਈ ਸ਼ੰਭੂ ਮੋਰਚੇ ਤੇ, ਜਿਹੜੇ ਜਾਗਦੀ ਜ਼ਮੀਰ ਵਾਲੇ ਬੰਦੇ ਆ, ਜਿਹੜੇ ਜਾਗਦੀਆਂ ਜ਼ਮੀਰਾਂ ਵਾਲੀਆਂ ਰੂਹਾਂ, ਉਹਨਾਂ ਨੂੰ ਬੇਨਤੀ ਆ ਵੀ ਆਪਾਂ ਇਸ ਸੰਘਰਸ਼ ਨੂੰ ਅੱਗੇ ਵਧਾਉਣਾ। ਇਹਨਾਂ ਨੂੰ ਕਰ ਦੇਣ ਤੋਂ ਬਦਨਾਮ, ਇਹ ਤਾਂ ਆਪ ਡਿਸਕ੍ਰੈਡਿਟ ਹੋਏ ਬੈਠੇ ਆ। ਇਹਨਾਂ ਨੇ ਤਾਂ ਦੂਜਿਆਂ ਤੇ ਹਮਲੇ ਕਰਨੇ ਆ। ਔਰ ਗੱਲ ਕੀ, ਕੋਈ ਗੱਲ ਵੀ ਨਹੀਂ, ਗੱਲ ਹੈ ਹੀ ਕੁਛ ਨਹੀਂ ਹੁੰਦੀ, ਪਰ ਬਸ ਐਵੇਂ ਤੋਹਮਤ ਲਾ ਦੇਣੀ ਆ। ਪਰ ਇਹਨਾਂ ਗੱਲਾਂ 'ਚ ਆਪਾਂ ਨਹੀਂ ਪੈਣਾ। ਕਿਉਂ ਨਹੀਂ ਪੈਣਾ? ਕਿਉਂਕਿ ਆਪਾਂ ਆਪਦਾ ਨੁਕਸਾਨ ਨਹੀਂ ਕਰ ਰਹੇ। ਮੈਂ ਕੌਣ ਆ ਇਹਦਾ ਵੀ ਪਤਾ ਲੱਗ ਜੂ ਆਉਣ ਵਾਲੇ ਟਾਈਮ 'ਚ, ਹੋਰ ਕੋਈ ਕੌਣ ਆ ਉਹਦਾ ਵੀ ਪਤਾ ਲੱਗ ਜੂ ਆਉਣ ਵਾਲੇ ਟਾਈਮ 'ਚ। ਅਸੀਂ ਆਪਸ 'ਚ ਨਹੀਂ ਲੜਨਾ। ਆਪਦੇ ਅਸੀਂ ਜਿਹੜੀਆਂ ਮੰਨ ਲਓ ਸਾਡੇ ਲਈ ਕੀ ਧਾਰਨਾਵਾਂ ਬਣਦੀਆਂ ਉਹ ਸਾਡੇ ਆਉਣ ਵਾਲੇ ਐਕਸ਼ਨਸ ਤੋਂ ਕਲੀਅਰ ਹੋ ਜਾਊਗਾ। ਅੱਜ ਤੱਕ ਤਾਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਨਾ, ਅੱਜ ਤੱਕ ਤਾਂ ਆਪਾਂ ਸਿਰਫ ਆਪਦੀ ਖੁਦ ਮੁਖਤਿਆਰੀ ਦੀ ਗੱਲ ਕਰਦੇ ਹਾਂ। ਅੱਜ ਤੱਕ ਪਾਤਸ਼ਾਹੀ ਦਾਅਵੇ ਦੀ ਗੱਲ ਕਰਦੇ ਹਾਂ, ਆਪਾਂ ਗੁਰੂਆਂ ਦੇ ਸਿਧਾਂਤਾਂ ਦੀ ਗੱਲ ਕਰਦੇ ਹਾਂ, ਸਾਡੀ ਮਿੱਟੀ ਦੀ ਗੱਲ ਕਰਦੇ ਹਾਂ, ਕਿਸਾਨੀ ਦਾ ਘੋਲ ਲੜ ਰਹੇ ਹਾਂ। ਕਿਸਾਨੀ ਦੇ ਘੋਲ 'ਚ ਆਪਾਂ ਉਹਨਾਂ ਤੋਂ ਖੁਦ ਮੁਖਤਿਆਰੀ ਮੰਗ ਰਹੇ ਹਾਂ ਵੀ ਸਾਡੀਆਂ ਫਸਲਾਂ ਦੇ ਮੁੱਲ, ਸਾਡੇ ਇਨਵਾਇਰਮੈਂਟਲ ਵਾਤਾਵਰਨ ਦੇ ਨਾਲ ਜਿਹੜੇ ਡਿਸੀਜਨ ਹੋਣ, ਜਿਹੜੇ ਸਾਡੀ
ਫਸਲ ਕੀ ਬੀਜੀਏ, ਮੰਡੀਕਰਨ ਕਿਵੇਂ ਹੋਵੇ, ਜਾਂ ਹੋਰ ਬਹੁਤ ਪਹਿਲੂ ਆ ਜਿਹੜੇ ਕਿਸਾਨੀ ਦੇ ਨਾਲ, ਮਜ਼ਦੂਰੀ ਦੇ ਨਾਲ ਜੁੜੇ ਹੋਏ, ਉਹ ਫੈਸਲੇ ਲੈਣ ਦਾ ਹੱਕ ਪੰਜਾਬ ਕੋਲੇ ਆਵੇ। ਤੇ ਇਹਦੇ ਵਿੱਚ ਕੋਈ ਹੋਰ ਪਾਸੇ ਕੋਈ ਗੱਲ ਜਾਂਦੀ ਆ ਤਾਂ ਜਿਹੜੇ ਕਿਸਾਨ ਪਹਿਲਾਂ ਹੀ ਆਪਣੇ ਤੇ ਉਂਗਲਾਂ ਤਾਣੀ ਬੈਠੇ ਆ ਵੀ ਵੇਖੋ ਤਾਰਪੀਡੋ ਕਰ ਰਹੇ ਹੋ, ਤਾਰਪੀਡੋ ਕਰ ਰਹੇ ਹੋ। ਹਾਲਾਂਕਿ ਤਾਰਪੀਡੋ ਨਹੀਂ ਕਰ ਰਹੇ, ਜਿਹੜਾ ਸੱਚ ਤੇ ਖੜਾ ਉਹਨੂੰ ਬਦਨਾਮ ਕਰਨਾ ਇਹਨਾਂ ਨੇ ਕਿਸੇ ਪਾਸਿਓਂ ਚੱਕ ਕੇ ਕਰ ਦੇਣ। ਸੋ ਮੇਰੀ ਤਾਂ ਤੁਹਾਨੂੰ ਅਰਜ਼ ਇਹੀ ਆ ਵੀ ਰੂਹਾਂ ਜਿਹੜੀਆਂ ਜਾਗਦੀਆਂ ਜ਼ਮੀਰਾਂ ਵਾਲੀਆਂ ਰੂਹਾਂ, ਉਹ ਬੰਦੇ ਇਕੱਠੇ ਹੋ ਕੇ ਸੰਘਰਸ਼ ਲੜੀਏ, ਪੰਜਾਬ ਦੀ ਹੋਂਦ ਦਾ ਸੰਘਰਸ਼ ਲੜੀਏ, ਸਾਡੇ ਹੱਕਾਂ ਨੂੰ ਉਹਨਾਂ ਤੋਂ ਲੈਣ ਵਾਸਤੇ ਸੰਘਰਸ਼ ਲੜੀਏ। ਲੜਾਈ ਇਹ ਰਾਜਸੀ ਇੱਕ ਪੋਲੀਟੀਕਲ ਸਟਰਗਲ ਆ, ਇਸ ਗੱਲ ਨੂੰ ਸਮਝੀਏ। ਔਰ ਪੋਲੀਟੀਕਲ ਸਟਰਗਲ ਕਰਨ ਵਾਸਤੇ ਸਾਡੇ ਕੋਲੇ ਆਪਦੀ ਕੋਈ ਸਿਆਸਤ ਵੀ ਨਹੀਂ ਆ, ਪੰਜਾਬ ਦੀ ਨਿਰੋਲ ਸਿਆਸਤ ਨਹੀਂ ਆ। ਇਹ ਸਾਡੀ ਬਹੁਤ ਵੱਡੀ ਤਰਾਸਦੀ ਆ। ਨਹੀਂ ਤਾਂ ਉਹ ਸਿਆਸਤਦਾਨ ਸਾਡੇ ਨਾਲ ਖੜੇ ਹੋਣੇ ਚਾਹੀਦੇ ਸੀ, ਸਾਡੇ ਮੋਰਚਿਆਂ ਤੇ ਧਰਨਿਆਂ ਤੇ ਨਾਲ ਬੈਠੇ ਹੋਣੇ ਚਾਹੀਦੇ ਸੀ। ਦਿੱਲੀ ਨੂੰ ਵੰਗਾਰਦੇ ਵੀ ਦਿੱਲੀ ਵਾਲੇ ਬੰਦੇ ਇੱਥੇ ਵੜ ਕੇ ਦਿਖਾਉਣ ਸਾਡੀ ਸਟੇਟ 'ਚ, ਪਰ ਇੰਨਾ ਕਿਸੇ ਕੋਲੇ ਦਾਮੀ ਹੈ ਨਹੀਂ। ਤੇ ਜੇ ਅਸੀਂ ਇਹ ਗੱਲਾਂ ਕਰਦੇ ਹਾਂ, ਹੋਰ ਹੀ ਪਾਸੇ ਧੱਕ ਦਿੰਦੇ ਆ। ਤੁਸੀਂ ਆਪ ਦੇਖ ਲਓ ਕਿੱਧਰ ਨੂੰ ਧੱਕੀ ਜਾਂਦੇ ਆ ਵੀ ਖਾਲਿਸਤਾਨ ਦਾ ਨਾਰਾ ਅੱਛਾ ਲਾਇਆ ਕਿਸੇ ਹੋਰ ਨੇ। ਮੈਂ ਫੇਰ ਕਹਿਣਾ, ਅੱਜ ਇੱਕ ਗੱਲ ਆਪਾਂ ਸਮਝੀਏ, ਖਾਲਿਸਤਾਨ ਦੇ ਨਾਰੇ ਲਾਉਣ ਦੇ ਮੈਂ ਖਿਲਾਫ ਨਹੀਂ ਆ, ਜਾਂ ਉਸ ਸੰਘਰਸ਼ ਦੇ ਵਹਿਣ ਦੇ ਮੈਂ ਕਦੇ ਵੀ ਖਿਲਾਫ ਨਹੀਂ ਆ। ਮੈਂ ਤਾਂ ਸਮਾਂ ਕੇ ਹੱਕ 'ਚ ਆ। ਪਰ ਗੱਲ ਅਸੀਂ ਇਹ ਮਿਥ ਲਈਏ ਵੀ ਲੜਾਈ ਲੜ ਕਿਹੜੀ ਰਹੇ ਆ। ਲੜ ਤਾਂ ਹਜੇ ਕਿਸਾਨੀ ਦੇ ਘੋਲ 'ਚ ਅਸੀਂ ਕਿਸਾਨੀ ਦੇ ਨਾਲ ਰਿਲੇਟਡ, ਮਜ਼ਦੂਰਾਂ ਦੇ ਨਾਲ ਰਿਲੇਟਡ, ਪੰਜਾਬ ਦੀ ਹੋਂਦ ਦੇ ਨਾਲ ਰਿਲੇਟਡ ਸਾਡੇ ਫੈਸਲੇ ਅਸੀਂ ਆਪ ਕਰ ਸਕੀਏ, ਹੱਕ ਲੈਣ ਦੀ ਲੜਾਈ ਲੜ ਰਹੇ ਹਾਂ। ਸੋ ਇਹਨੂੰ ਹੋਰ ਪਾਸੇ ਨਾ ਲੈ ਕੇ ਜਾਈਏ ਗੱਲ ਨੂੰ। ਦੂਜੀ ਗੱਲ, ਇੱਕ ਹੋਰ ਗੱਲ ਸਮਝੀਏ ਆਪਾਂ। ਸਾਨੂੰ ਸਭ ਨੂੰ ਪਤਾ ਵੀ ਹਾਲਾਤ ਬਾਹਲੇ ਸਿਖਾਵੇਂ ਨਹੀਂ ਆ। ਅੱਜ ਤੁਸੀਂ 100 ਬੰਦਾ ਖਿਡਾਰ ਲਓ ਔਰ 100 ਤੋਂ ਪੁੱਛੋ ਵੀ ਹਾਲਾਤਾਂ ਬਾਰੇ ਤੁਹਾਡੀ ਸਮਝ ਸਾਨੂੰ ਦੱਸੋ ਕੀ ਆ। ਹਰ ਬੰਦੇ ਦੀ ਸਮਝ ਵੱਖਰੀ ਵੱਖਰੀ ਹੋਊਗੀ। ਇਹਦਾ ਮਤਲਬ ਹਾਲਾਤਾਂ ਤੇ ਇਕੱਲੀ ਸਮਝ ਹੀ ਨਹੀਂ, ਜੇ ਕਿਤੇ ਉਹਨਾਂ ਨੂੰ ਕਿਸੇ ਵਰਤਾਰੇ ਤੇ, ਕਿਸੇ ਘਟਨਾ ਤੇ, ਕਿਸੇ ਇਵੈਂਟ ਤੇ ਰਿਐਕਟ ਕਰਨਾ ਪੈ ਜੇ, ਉਹਨਾਂ ਦਾ ਰਿਐਕਸ਼ਨ ਵੀ ਵੱਖਰਾ ਵੱਖਰਾ ਹੋਊਗਾ। ਸੋ ਇਸੇ ਤਰ੍ਹਾਂ ਜੇ ਮੇਰਾ ਰਿਐਕਸ਼ਨ ਉੱਥੇ ਮੈਂ ਹੁੰਦਾ ਉਹਦੇ ਮੋਰਚੇ 'ਚ ਵੱਖਰਾ ਹੋਣਾ ਸੀ, ਕਿਸੇ ਹੋਰ ਦਾ ਉਹ ਵੱਖਰਾ ਰਿਐਕਸ਼ਨ ਸੀ। ਸੋ ਵੱਖਰੇ ਰਿਐਕਸ਼ਨ ਕਰਕੇ ਤੁਸੀਂ ਅੱਜ ਮੇਰੇ ਇੰਨੀ ਉਂਗਲਾਂ ਤਾਣ ਲਓ, ਮੈਨੂੰ ਉਹਦਾ ਕੋਈ ਨੁਕਸਾਨ ਨਹੀਂ ਆ। ਨੁਕਸਾਨ ਸਾਡੇ ਸੰਘਰਸ਼ ਨੂੰ ਹੋਣਾ, ਨੁਕਸਾਨ ਉਹ ਜਜ਼ਬੇ ਨੂੰ ਹੋਣਾ ਜਿਹੜਾ ਬਹੁਤ ਬੰਦਿਆਂ ਨੇ ਉੱਥੇ ਬੈਠੀਆਂ ਰੂਹਾਂ ਨੇ ਦਿਖਾਇਆ, ਜਿਹੜੇ ਕਹਿ ਰਹੇ ਅਸੀਂ ਇਕੱਠੇ ਹੋ ਕੇ ਇਹ ਸੰਘਰਸ਼ ਲੜਾਂਗੇ, ਇਕੱਠੇ ਹੋ ਕੇ ਪੰਜਾਬ ਦੀ ਹੋਂਦ ਦਾ ਸੰਘਰਸ਼ ਲੜਾਂਗੇ, ਇਕੱਠੇ ਹੋ ਕੇ ਲੜਾਈ ਲੜਾਂਗੇ, ਇਕੱਠੇ ਹੋ ਕੇ ਦਿੱਲੀ ਨੂੰ ਇਹ ਦੱਸਾਂਗੇ ਵੀ ਅਸੀਂ ਉੱਠ ਖੜੇ ਹਾਂ ਤੇ ਪੰਜਾਬ ਦੇ ਵਾਰਸ ਹਜੇ ਤੱਕ ਬੈਠੇ ਆ। ਪੰਜਾਬ ਦਾ ਘਾਣ ਜਿੰਨਾ ਤੁਸੀਂ ਕਰ ਲਿਆ, ਇਦੋਂ ਜ਼ਿਆਦਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਇੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਕਰ ਰਹੀਆਂ ਸੀ, ਇਸ ਕਰਕੇ ਮੈਂ ਲਾਈਵ ਹੋਇਆ ਸੀ ਜੀ, ਤੇ ਤੁਹਾਡੇ ਨਾਲ ਰੂਬਰੂ ਹੋਏ ਆ। ਬਾਕੀ ਪੰਜਾਬ ਡੇ ਆ, ਤੇ ਨਾਲ ਦੀ ਨਾਲ ਅੱਜ ਦਿੱਲੀ ਸਾਡਾ ਜਿਹੜਾ ਸਿੱਖ ਜੈਨੋਸਾਈਡ, ਉਹ ਵੀ 1 ਨਵੰਬਰ ਨੂੰ ਉਸ ਦੁਖਾਂਤ 'ਚ ਵੀ ਸਾਨੂੰ ਗੁਜ਼ਰਨਾ ਪਿਆ, ਉਹ ਵੀ ਅੱਜ ਹੀ ਸਟਾਰਟ ਹੋਇਆ ਸੀ। ਸੋ ਇਹ ਦੋਨੇ ਚਿੰਨ੍ਹ ਸਾਡੀ ਕੌਮੀਅਤ ਦਾ ਪ੍ਰਤੀਕ ਆ। ਇਹਨਾਂ ਤੋਂ ਸਿੱਖਣਾ ਵੀ ਆ ਤੇ ਆਪਦੀ ਕੌਮੀਅਤ ਨੂੰ ਅਸੀਂ, ਆਪਦੀ ਪੰਜਾਬੀ ਕੌਮੀਅਤ ਨੂੰ ਅਸੀਂ ਜਿਉਂਦੇ ਵੀ ਰੱਖਣਾ।